ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਕਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ, ਅਗਮ ਅਗੋਚਰ ਸੱਚ ਸਾਹਿਬ ਮੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਸਭ ਤੇ ਊਤਮ ਹਰਿ ਕੀ ਕਥਾ, ਨਾਮ ਸੁਣਤ ਦਰਦ ਦੁਖ ਲੱਥਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹੱਲਾ ਪਹਿਲਾ। ਲੱਖ ਚੋਰੀਆਂ ਲੱਖ ਯਾਰੀਆਂ, ਲੱਖ ਕੁੜੀਆਂ ਲੱਖ ਗਾਲ, ਲੱਖ ਠਗੀਆਂ ਪੈ ਨਾਮੀਆਂ, ਰਾਤ ਦਿਨ ਸਜੀ ਨਾਲ। ਧਾਗ ਕਵਾਹੋ ਕੱਤੀਐ, ਬਾਹਮਣ ਵੱਟੇ ਆਏ, ਕਉ ਵਕਰਾ ਰਿਨ ਖਾਇਆ, ਸਭ ਕੋ ਆਖੈ ਪਾਏ। ਹੋਏ ਪੁਰਾਣਾ ਸੁਟੀਐ, ਪੀ ਫਿਰ ਪਾਈਐ ਹੋਰ, ਨਾਨਕ ਧਾਗ ਨ ਟੁੱਟਈ, ਜੇ ਧਾਗ ਹੋਵੈ ਜੋਰ। ਮਹੱਲਾ ਪਹਿਲਾ। ਨਾਇ ਮੰਨਿਐ ਪਤ ਊਪਜੈ, ਸਾਲਾਹੀ ਸਚ ਸੂਤ, ਦਰਗਹਿ ਅੰਦਰ ਪਾਈਐ, ਧਾਗ ਨ ਟੂਟ ਸਪੂਤ। ਮਹੱਲਾ ਪਹਿਲਾ। ਧਾਗ ਨ ਇੰਦਰੀ ਧਾਗ ਨ ਨਾਰੀ, ਭਲਕੇ ਥੁੱਕ ਪਵੈ ਨਿਤ ਦਾੜੀ। ਧਾਗ ਨ ਪੈਰੀ ਧਾਗ ਨ ਹੱਥੀ, ਧਾਗ ਨ ਜੀਵਾ ਧਾਗ ਨ ਅੱਖੀ। ਵੇ ਧੱਗਾ ਆਪੇ ਵਤੈ, ਵਡ ਧਾਗੇ ਅਵਰਾ ਘਤੈ। ਲੈ ਭਾੜ ਕਰੇ ਵੀ ਆਓ, ਕੱਢ ਕਾਗਲ ਦਸੇ ਰਾਹ। ਸੁਣ ਵੇਖੋ ਲੋਕਾ ਇਹੋ ਵਿਧਾਨ, ਮਨ ਅੰਧਾ ਨਾਉ ਸੁਜਾਨ। ਸੁਣ ਵੇਖੋ ਲੋਕਾ ਇਹੋ ਵਿਧਾਨ, ਮਨ ਅੰਧਾ ਨਾਉ ਸੁਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀਓ, ਗੁਰਬਾਣੀ ਦੀ ਜੋ ਪਾਵਨ ਕਥਾ ਲੜੀਵਾਰ ਇਸ ਪਾਵਨ ਅਸਥਾਨ 'ਤੇ ਚੱਲ ਰਹੀ ਹੈ, ਤਿਸ ਦੇ ਤਹਿਤ ਆਸਾ ਕੀ ਵਾਰ ਦੀ ਜੋ 15ਵੀਂ ਪੌੜੀ ਹੈ, ਤਿਸ ਨਾਲ ਜੋ ਪਾਵਨ ਸ਼ਲੋਕ ਆਏ ਹਨ। ਪਹਿਲੇ ਸ਼ਲੋਕ ਦੀ ਕਥਾ ਆਪ ਜੀ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ। ਇਸ ਤੋਂ ਅੱਗੇ ਜੋ 3 ਸ਼ਲੋਕ ਹਨ, ਪਾਠ ਆਪ ਜੀ ਨੇ ਇਸ ਸਮੇਂ ਸਰਵਣ ਕੀਤਾ ਹੈ। ਇਹਨਾਂ ਪਾਵਨ ਅੰਮ੍ਰਿਤ ਵਚਨਾਂ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਜੋ ਵੀ ਮਨੁੱਖ ਧਰਮ ਦੇ ਮਾਰਗ 'ਤੇ ਚੱਲਦਾ ਹੈ, ਜਿਵੇਂ
ਬ੍ਰਾਹਮਣ ਹੈ ਉਹ ਆਪਣੀ ਗਲ ਦੇ ਵਿੱਚ ਜਨੇਊ ਪਾਉਂਦਾ ਹੈ। ਇਸੇ ਤਰ੍ਹਾਂ ਹੋਰ ਵੀ ਧਰਮਾਂ ਦੇ ਲੋਕ ਆਪੋ ਆਪਣੇ ਧਰਮ ਦੇ ਮੁਤਾਬਕ ਧਰਮ ਦੇ ਚਿੰਨ੍ਹ ਧਾਰਨ ਕਰਦੇ ਹਨ। ਇੱਥੇ ਭਾਵੇਂ ਇਹ ਪਾਵਨ ਸ਼ਬਦ ਬ੍ਰਾਹਮਣ ਦੇ ਪਰਥਾਏ ਹਨ, ਪਰ ਇਹ ਸਾਰਿਆਂ ਵਾਸਤੇ ਉਪਦੇਸ਼ ਸਾਂਝਾ ਹੈ। ਜੋ ਵੀ ਮਨੁੱਖ ਧਰਮ ਦਾ ਚਿੰਨ੍ਹ ਧਾਰਨ ਕਰਦਾ ਹੈ, ਜੇਕਰ ਉਹਨਾਂ ਦੀ ਅੰਦਰਲੀ ਆਭਾ ਨੂੰ ਨਹੀਂ ਜਾਣਦਾ, ਉਹਨਾਂ ਵਾਲੇ ਗੁਣ ਧਾਰਨ ਨਹੀਂ ਕਰਦਾ, ਤਾਂ ਬਾਹਰਲੇ ਜਿਹੜੇ ਧਰਮ ਦੇ ਚਿੰਨ੍ਹ ਧਾਰਨ ਕੀਤੇ ਨੇ ਉਹਨਾਂ ਦਾ ਜੀਵ ਨੂੰ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ। ਪਾਤਸ਼ਾਹ ਜੀ ਕਹਿੰਦੇ ਬਾਹਰਲੇ ਜਿਹੜੇ ਚਿੰਨ੍ਹ ਧਾਰਨ ਕਰਨੇ ਨੇ, ਇਹਨਾਂ ਦਾ ਅਸਲ ਭਾਵ ਇਹ ਹੈ ਕਿ ਜੀਵ ਉਹਨਾਂ ਦੇ ਅੰਤਰੀਵ ਭਾਵ ਦੇ ਗੁਣਾਂ ਨੂੰ ਧਾਰਨ ਕਰ ਲਵੇ। ਜਿਵੇਂ ਆਪਾਂ ਆਪਣੇ ਇਸ ਤਨ 'ਤੇ ਕਈ ਤਰ੍ਹਾਂ ਦੇ ਵਸਤਰ ਪਾਉਂਦੇ ਹਾਂ, ਇਹਨਾਂ ਦਾ ਵੀ ਇੱਕ ਭਾਵ ਹੈ ਕਿ ਜਿਵੇਂ ਮਨੁੱਖ ਆਪਣੇ ਤਨ ਨੂੰ ਢੱਕਦਾ ਹੈ, ਇਸੇ ਤਰ੍ਹਾਂ ਇੱਕ ਭਗਤੀ ਦਾ ਬੰਦਗੀ ਦਾ ਕੱਪੜਾ ਹੈ ਜੋ ਸਾਡੀ ਆਤਮਾ ਨੂੰ ਢੱਕਦਾ ਹੈ। ਜਿਵੇਂ ਸਾਡੇ ਸਰੀਰ ਨੂੰ ਬਸਤਰ ਦੀ ਲੋੜ ਹੈ, ਕਿਸੇ ਨਾ ਕਿਸੇ ਕੱਪੜੇ ਦੀ ਲੋੜ ਹੈ, ਇਸੇ ਤਰ੍ਹਾਂ ਸਾਡੀ ਆਤਮਾ ਨੂੰ ਭਗਤੀ ਰੂਪੀ ਕੱਪੜੇ ਦੀ ਲੋੜ ਹੈ। ਪ੍ਰੇਮ ਪਟੋਲਾ ਤੈਸੈ ਦਿੱਤਾ, ਢੱਕਣ ਕੂ ਪਤ ਮੇਰੀ, ਦਾਨਾ ਬੀਨਾ ਸਾਈ ਮੈਂਡਾ, ਨਾਨਕ ਸਾਰ ਨਾ ਜਾਣਾ ਤੇਰੀ। ਇਸ ਤਰ੍ਹਾਂ ਹੋਰ ਵੀ ਬਚਨ ਆਉਂਦੇ ਨੇ। ਪ੍ਰੇਮਾ ਭਗਤੀ ਦਾ ਕੱਪੜਾ ਮਾਲਕ ਨੇ ਦੇ ਦਿੱਤਾ, ਜਿਸ ਦੇ ਨਾਲ ਆਤਮਾ ਦੀ ਪੱਤ ਢੱਕੀ ਗਈ। ਜਿਵੇਂ ਆਪਣੇ ਇਸ ਤਨ ਨੂੰ ਢੱਕਣ ਵਾਸਤੇ ਆਪਾਂ ਵਸਤਰ ਪਾਉਂਦੇ ਹਾਂ, ਜਿਵੇਂ ਮੂਰਖ ਮਨੁੱਖ ਨੂੰ ਆਪਣੇ ਤਨ ਦੀ ਸੁੱਧ ਬੁੱਧ ਨਹੀਂ ਹੁੰਦੀ, ਇਸੇ ਤਰ੍ਹਾਂ ਮੂਰਖ ਜੀਵ ਨੂੰ ਆਪਣੀ ਆਤਮਾ ਦੀ ਵੀ ਸਾਰ ਨਹੀਂ ਹੁੰਦੀ। ਮੂਰਖ ਮਨੁੱਖ, ਪਾਗਲ ਮਨੁੱਖ, ਉਹਨੂੰ ਕੋਈ ਪਤਾ ਨਹੀਂ ਤਨ 'ਤੇ ਵਸਤਰ ਪਾਏ ਨੇ ਨਹੀਂ ਪਾਏ, ਕੀ ਖਾ ਰਿਹਾ ਕੀ ਪਾ ਰਿਹਾ ਹੈ। ਉਹ ਮਿੱਟੀ ਵੀ ਚੁੱਕ ਕੇ ਮੂੰਹ 'ਚ ਪਾ ਲੈਂਦਾ ਹੈ, ਗੰਦਗੀ ਵੀ ਖਾ ਲੈਂਦਾ ਹੈ, ਉਹਨੂੰ ਕੋਈ ਸੋਝੀ ਨਹੀਂ ਹੈ। ਇਸੇ ਤਰ੍ਹਾਂ ਜਦੋਂ ਕੋਈ ਜੀਵ ਭਗਤੀ ਤੋਂ ਵਿਹੂਣਾ ਮੂਰਖਤਾ ਦੇ ਵਿੱਚ ਆਉਂਦਾ ਹੈ, ਉਹ ਭਗਤੀ ਰੂਪੀ ਕੱਪੜੇ ਤੋਂ ਦੂਰ ਹੋ ਜਾਂਦਾ ਅਤੇ ਕੁਝ ਵੀ ਖਾ ਸਕਦਾ, ਕੁਝ ਵੀ ਪਾਈ ਜਾਂਦਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਇੱਥੇ ਜਨੇਊ ਬਾਰੇ ਬਚਨ ਕੀਤੇ ਨੇ। ਭਾਵੇਂ ਇਹ ਸ਼ਬਦ ਪਰਥਾਏ ਹੈ, ਫਿਰ ਬੇਨਤੀ ਹੈ ਇਹ ਸਾਰਿਆਂ ਵਾਸਤੇ ਸਾਂਝਾ ਹੈ। ਜਿਵੇਂ ਆਪਾਂ ਸ੍ਰੀ ਸਾਹਿਬ ਪਾਉਂਦੇ ਹਾਂ, ਜੇਕਰ ਆਪਾਂ ਕਿਰਪਾਨ ਪਾ ਕੇ ਉਹ ਗੁਣ ਨੂੰ ਧਾਰਨ ਨਹੀਂ ਕੀਤਾ, ਫਿਰ ਸਾਡਾ ਕਿਰਪਾਨ ਪਾਉਣਾ ਅਤੇ ਬ੍ਰਾਹਮਣ ਦਾ ਜਨੇਊ ਪਾਉਣਾ ਕਿਸੇ ਅਰਥ ਨਹੀਂ, ਜੇਕਰ ਉਹਦੇ ਗੁਣ ਨੂੰ ਧਾਰਨ ਨਹੀਂ ਕੀਤਾ। ਗੁਰੂ ਅਰਜਨ ਦੇਵ ਜੀ ਮਹਾਰਾਜ ਸਹਿਸਕ੍ਰਿਤੀ ਵਿੱਚ ਬਚਨ ਕਰਦੇ ਨੇ, ਜਿਹੜਾ ਪੰਡਿਤ ਬ੍ਰਾਹਮਣ ਨੂੰ ਆਪਣੇ ਮੱਥੇ 'ਤੇ ਤਿਲਕ ਵੀ ਲਾਉਣਾ ਚਾਹੀਦਾ ਹੈ, ਪਰ ਨਾਲ ਉਸ ਦੇ ਗੁਣ ਨੂੰ ਵੀ ਧਾਰਨ ਕਰਨਾ ਚਾਹੀਦਾ। ਤਿਲਕ ਹੀਨੰ ਜਥਾ ਵਿਪਰਾ, ਅਮਰ ਹੀਨੰ ਜਥਾ ਰਾਜਨੈ। ਤੋ ਇਸੇ ਤਰ੍ਹਾਂ ਆਪਾਂ ਸ੍ਰੀ ਸਾਹਿਬ ਪਾਉਂਦੇ ਹਾਂ, ਇਹਦਾ ਭਾਵ ਕੀ ਹੈ? ਜੀਵ ਅੰਦਰ ਵੀਰ ਰਸ ਹੋਣਾ ਚਾਹੀਦਾ ਹੈ। ਜਿੱਥੇ ਵੀ ਧਰਮ ਦੀ ਖਾਤਰ, ਕੌਮ ਦੀ ਖਾਤਰ ਸਾਨੂੰ ਲੋੜ ਪਵੇ, ਸਾਡਾ ਵੀਰ ਰਸ ਜਾਗਣਾ ਚਾਹੀਦਾ ਹੈ। ਇੱਕ ਪਾਸੇ 'ਤੇ ਮਨੁੱਖ ਆਪਣੇ ਹੱਥ ਵਿੱਚ 2-2.5 ਫੁੱਟੀ ਕਿਰਪਾਨ ਪਕੜੀ ਫਿਰੇ, ਪਰ ਸਾਹਮਣੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਰਿਹਾ ਹੈ ਜਾਂ ਕਿਸੇ ਵੀ ਤਰ੍ਹਾਂ ਕੌਮ ਨੂੰ ਘਾਤ ਕਰ ਰਿਹਾ, ਅਤੇ ਵੀਰ ਰਸ ਨਾ ਜਾਗੇ ਤਾਂ ਉਹਦੀ ਕਿਰਪਾਨ ਪਕੜੀ ਹੋਈ ਕਿਹੜੇ ਕੰਮ ਹੈ? ਅੱਜ ਆਪਾਂ ਵੇਖਦੇ ਹਾਂ ਕਈ ਥਾਵਾਂ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਕੀਤੀ ਜਾਂਦੀ, ਕਹਿੰਦੇ ਕਾਨੂੰਨ ਸਜ਼ਾ ਦੇਵੇਗਾ, ਪਕੜ ਕੇ ਉਹਨੂੰ ਕਾਨੂੰਨ ਦੇ ਹਵਾਲੇ ਕਰਦੇ ਨੇ। ਗੁਰਮੁਖੋ, ਐਸੇ ਮਨੁੱਖ ਨੂੰ ਕਾਨੂੰਨ ਦੇ ਪਕੜ ਕੇ ਹਵਾਲੇ ਕਰਨ ਦੀ ਹੁਣ ਲੋੜ ਨਹੀਂ। ਹੁਣ ਸਮਾਂ ਐਸਾ ਹੈ
ਉਹਨੂੰ ਉਸੇ ਸਮੇਂ ਹੀ ਵੀਰ ਰਸ ਸਿੱਖ ਦਾ ਜਾਗਣਾ ਚਾਹੀਦਾ ਹੈ। ਉਹਨੂੰ ਉੱਥੇ ਹੀ ਅੱਗ ਲਾ ਦਿੱਤੀ ਜਾਵੇ, ਉਹਨੂੰ ਉੱਥੇ ਹੀ ਖਤਮ ਕਰ ਦਿੱਤਾ ਜਾਵੇ। ਜਿਹੜਾ ਵੀ ਸਾਡੇ ਧਰਮ ਦੇ, ਕੌਮ ਦੇ ਕਿਸੇ ਵੀ ਸਰਮਾਏ ਨੂੰ ਜਾਂ ਸਾਡੇ ਪਰਮ ਪੂਜਨੀਕ ਸਾਡੀ ਸਰਮੌਰ ਹਸਤੀ ਅਕਾਲ ਪੁਰਖ ਵਾਹਿਗੁਰੂ ਦਾ 11 ਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਈ ਤਿਰਸਕਾਰ ਕਰਦਾ ਹੈ। ਜੇ ਸਾਡਾ ਵੀਰ ਰਸ ਜਾਗਿਆ ਨਹੀਂ, ਫਿਰ ਸਾਡੀ ਕਿਰਪਾਨ ਪਾਈ ਹੋਈ ਕਿਸੇ ਕੰਮ ਨਹੀਂ। ਜੇ ਆਪਾਂ ਲੋਕਾਂ ਵੱਲ ਤੱਕਾਂਗੇ, ਕੋਈ ਆ ਕੇ ਇਨਸਾਫ ਕਰੇਗਾ। ਹੁਣ ਸਮਾਂ ਐਸਾ ਹੈ, ਕਿਸੇ ਹੋਰ ਵੱਲ ਵੇਖਣ ਦੀ ਲੋੜ ਨਹੀਂ ਹੈ। ਸੋ ਇਸ ਤਰ੍ਹਾਂ ਇਹ ਧਰਮ ਦੇ ਜਿਹੜੇ ਚਿੰਨ੍ਹ ਲੋਕਾਂ ਨੇ ਧਾਰਨ ਤਾਂ ਕਰ ਲਏ, ਪਰ ਉਹ ਗੁਣ ਨਹੀਂ ਧਾਰਨ ਕੀਤੇ। ਤਾਂ ਪਾਤਸ਼ਾਹ ਜੀ ਕਹਿੰਦੇ ਐਸੇ ਮਨੁੱਖ ਦੀ ਫਿਰ ਬੇਇੱਜ਼ਤੀ ਹੁੰਦੀ ਹੈ ਵੀ ਧਰਮ ਦੇ ਚਿੰਨ੍ਹ ਤਾਂ ਧਾਰਨ ਕਰ ਲਏ, ਔਗੁਣਾਂ ਨੂੰ ਛੱਡਿਆ ਨਹੀਂ ਹੈ, ਫਿਰ ਇਹ ਚਿੰਨ੍ਹ ਧਾਰਨ ਦਾ ਕੀ ਫਾਇਦਾ ਹੋਇਆ ਦੱਸੋ। ਤੋ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰ ਰਹੇ ਨੇ। ਮਹੱਲਾ ਪਹਿਲਾ। ਲੱਖ ਚੋਰੀਆਂ ਲੱਖ ਯਾਰੀਆਂ, ਲੱਖ ਕੂੜੀਆਂ ਲੱਖ ਗਾਲ। ਇੱਕ ਪਾਸੇ ਧਰਮ ਦੇ ਚਿੰਨ੍ਹ ਵੀ ਧਾਰਨ ਕੀਤੇ ਨੇ, ਪਰ ਦੂਜੇ ਪਾਸੇ ਦੇ ਜੀਵਨ ਦੇ ਵਿੱਚ ਔਗਣ ਵੀ ਹਨ। ਪਤਾ ਨਹੀਂ ਕਿੰਨੀਆਂ ਕੁ ਚੋਰੀਆਂ, ਯਾਰੀਆਂ, ਦੁਰਾਚਾਰ ਕਰਮ ਕਰਦਾ ਹੈ, ਔਰ ਮੁਖ ਤੋਂ ਗਾਲਾਂ ਵੀ ਕੱਢਦਾ ਹੈ, ਮੰਦਾ ਵੀ ਬੋਲਦਾ ਹੈ। ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਹੋਰ ਪਤਾ ਨਹੀਂ ਕਿੰਨਾ ਕੁ ਕੂੜ ਕਮਾਉਂਦਾ ਆਪਣੇ ਜੀਵਨ ਦੇ ਵਿੱਚ। ਲੱਖ ਠੱਗੀਆਂ ਪੈ ਨਾਮੀਆਂ, ਰਾਤ ਦਿਨ ਸਜੀ ਨਾਲ। ਲੱਖਾਂ ਤਰ੍ਹਾਂ ਦੀਆਂ ਠੱਗੀਆਂ ਕਰਦਾ ਹੈ। ਇੱਕ ਪੈਸੇ ਦੀ ਚੋਰੀ ਹੈ, ਇੱਕ ਪੈਸੇ ਦੀ ਠੱਗੀ ਹੈ, ਇੱਕ ਆਪਣੀਆਂ ਅੱਖਾਂ ਨਾਲ ਕਿਸੇ ਦੇ ਰੂਪ ਨੂੰ ਚੁਰਾਉਣਾ, ਮਨ ਕਰਕੇ ਜਾਂ ਕੰਨਾਂ ਕਰਕੇ ਵੀ। ਇਹ ਕਈ ਰੂਪ ਦੇ ਹਨ। ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਇਹ ਜੀ ਪਤਾ ਨਹੀਂ ਕਿੰਨੀਆਂ ਕੁ ਬੁਰਾਈਆਂ ਰੋਜ਼ ਕਰਦਾ ਹੈ, ਔਰ ਉਹਨਾਂ ਨੂੰ ਛੁਪਾ ਕੇ ਰੱਖਦਾ ਹੈ ਰਾਤ ਦਿਨ ਸਜੀ ਨਾਲ। ਦਿਨ ਰਾਤ ਜੀਵਾਂ ਦੇ ਨਾਲ ਇਸ ਤਰ੍ਹਾਂ ਦੇ ਕਰਮ ਕਰਦਾ ਹੈ, ਪਰ ਬਾਹਰੋਂ ਧਰਮ ਦੇ ਚਿੰਨ੍ਹ ਵੀ ਧਾਰਨ ਕੀਤੇ ਹਨ। ਪਾਤਸ਼ਾਹ ਕਹਿੰਦੇ ਧੱਗ ਕਪਾਓ ਕੱਤੀ ਹੈ ਬਾਹਮਣ ਵਟਿਆਏ। ਜਿਹੜਾ ਧੱਗ ਭਾਵ ਜਨੇਊ ਗਲ ਵਿੱਚ ਪਾਇਆ ਜਾਂਦਾ ਹੈ, ਉਹ ਕਪਾਹ ਤੋਂ ਕੱਟਿਆ, ਔਰ ਜਦੋਂ ਪਾਇਆ ਜਾਂਦਾ ਬ੍ਰਾਹਮਣ ਉਹਨੂੰ ਆ ਕੇ ਵੱਟਦਾ ਹੈ, ਉਹਦੇ 'ਤੇ ਮੰਤਰ ਪੜ੍ਹਦਾ ਹੈ। ਕਹੋ ਬੱਕਰਾ ਰਿਨ ਖਾਇਆ ਸਭ ਕੋ ਆਖੈ ਪਾਏ। ਜਦੋਂ ਕਿਸੇ ਦੇ ਜਨੇਊ ਪਾਇਆ ਜਾਂਦਾ ਹੈ, 3 ਵਰਨਾਂ ਦੇ ਹੀ ਜਨੇਊ ਪਾਇਆ ਜਾਂਦਾ ਹੈ, ਖੱਤਰੀ, ਬ੍ਰਾਹਮਣ ਔਰ ਵੈਸ਼। ਸ਼ੂਦਰ ਨੂੰ ਜਨੇਊ ਪਾਉਣ ਦਾ ਮਨੂ ਸਿਮਰਤੀ ਨੇ ਹੱਕ ਨਹੀਂ ਦਿੱਤਾ। ਅਤੇ ਇਹਨਾਂ ਦੇ ਵਿੱਚੋਂ ਜਦੋਂ ਕਿਸੇ ਨੂੰ ਵੀ ਜਨੇਊ ਪਾਇਆ ਜਾਂਦਾ ਹੈ ਤਾਂ ਉਹਦੀ ਵੱਖੋ ਵੱਖਰੀ ਮਰਿਆਦਾ ਹੈ। ਜਿਸ ਸਮੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਨੇਊ ਪਾਉਣ ਦੀ ਗੱਲ ਆਈ ਤਾਂ ਉਹ ਪੰਡਤ ਹਰਦਿਆਲ ਆਇਆ। ਉਸ ਸਮੇਂ ਦੀ ਉਹਨਾਂ ਨੇ ਮਰਿਆਦਾ ਦੇ ਅਨੁਸਾਰ ਜਿਹੜੀ ਜਨੇਊ ਪਾਉਣ ਦੀ ਸੀ, ਬੱਕਰੇ ਵੱਢੇ ਗਏ ਅਤੇ ਇਹ ਸਾਰਾ ਕੁਝ ਕੀਤਾ ਗਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਇਹ ਜਨੇਊ ਪਾਉਣਾ ਕੈਸਾ ਹੈ। ਕਪਾਹ ਤੋਂ ਬਣਾ ਕੇ ਜਨੇਊ ਪਾਤਾ, ਬ੍ਰਾਹਮਣ ਨੇ ਉਹਨੂੰ ਵੱਟ ਚੜ੍ਹਾਏ, ਮੰਤਰ ਪੜ੍ਹ ਕੇ ਬੱਕਰਾ ਆਦਿਕ ਮਾਰ ਕੇ ਉਹ ਸਾਰੀ ਬਰਾਦਰੀ ਨੂੰ ਖਵਾਇਆ, ਕਿਉਂਕਿ ਬਰਾਦਰੀ ਇਕੱਠੀ ਕੀਤੀ। ਅੱਜ ਵੀ ਕਈ ਥਾਵਾਂ 'ਤੇ ਨਾ ਉਹ ਰਸਮਾਂ ਕੀਤੀਆਂ ਜੀ ਵੀ ਸਾਡੀ ਇਹ ਜਿਹੜੀ ਜਾਤ ਗੋਤ ਦੇ ਵਿੱਚ ਬਰਾਦਰੀ ਵਿੱਚ ਚੱਲੀ ਆਉਂਦੀ ਹੈ। ਕਈਆਂ ਦੇ ਵਿੱਚ ਨਾ ਸੂਈ ਲਾਉਂਦੇ ਨੇ ਬੱਚੇ ਨੂੰ, ਛੋਟੇ ਨੂੰ, ਉਦੋਂ ਵੀ ਉਹਨਾਂ ਦਾ ਭਾਈਚਾਰਾ ਇਕੱਠਾ ਹੁੰਦਾ ਹੈ ਅਤੇ ਉਹ ਫਿਰ ਜੋ ਵੀ ਬਣਾਉਣਾ ਹੁੰਦਾ ਬਣਾ ਕੇ ਖਾਂਦੇ ਨੇ, ਨਾਲੇ ਬਰਾਦਰੀ ਨੂੰ ਖਵਾਉਂਦੇ ਨੇ। ਇਸੇ ਤਰ੍ਹਾਂ ਜਦੋਂ ਜਨੇਊ ਪਾਇਆ ਜਾਂਦਾ ਸੀ ਅਤੇ ਬੱਕਰੇ ਆਦਿਕ ਜਾਨਵਰ ਵੱਢੇ ਜਾਂਦੇ ਸਨ ਅਤੇ ਸਾਰੇ ਖਾ ਕੇ ਕਹਿੰਦੇ ਸੀ ਹਾਂ ਹੁਣ ਜਨੇਊ ਪੈ ਗਿਆ। ਫਿਰ ਲੋਕ ਮੋਹਰ ਲਾ ਦਿੰਦੇ ਸੀ ਹੁਣ ਜਨੇਊ ਪਾ ਗਿਆ। ਜੇ ਕਿਸੇ ਨੂੰ ਨਹੀਂ ਖਵਾਇਆ ਫਿਰ ਕਹਿੰਦੇ ਇਹ ਕਾਹਦਾ ਜਨੇਊ ਪਾਇਆ ਹੈ।
ਤਾਂ ਗੁਰੂ ਨਾਨਕ ਪਾਤਸ਼ਾਹ ਜੀ ਉਸ ਸਮੇਂ ਦੀ ਇਹ ਜਿਹੜੀ ਰਸਮ ਰਿਵਾਜ ਉਹਨਾਂ ਦੀ ਮਰਿਆਦਾ ਚੱਲੀ ਆ ਰਹੀ ਸੀ, ਇਹਦਾ ਮਹਾਰਾਜ ਖੰਡਨ ਕਰਦੇ ਨੇ। ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਐ ਹੋਰ। ਮਹਾਰਾਜ ਕਹਿੰਦੇ ਜਦੋਂ ਪਹਿਲੀ ਵਾਰ ਜਨੇਊ ਪਾਇਆ ਗਿਆ ਉਦੋਂ ਤਾਂ ਬੱਕਰੇ ਵੱਢ ਕੇ ਖਵਾ ਦਿੱਤੇ ਗਏ, ਪਰ ਜਦੋਂ ਉਹ ਜਨੇਊ ਪੁਰਾਣਾ ਹੋ ਗਿਆ, ਟੁੱਟ ਗਿਆ, ਲੈ ਗਿਆ, ਨਵਾਂ ਪਾਇਆ, ਉਦੋਂ ਕੋਈ ਐਸੀ ਰਸਮ ਰਿਵਾਜ ਨਹੀਂ ਕੀਤੀ ਗਈ। ਹੋਏ ਪੁਰਾਣਾ ਸੁੱਟੀਐ ਭੀ ਫਿਰ ਪਾਈਐ ਹੋਰ। ਉਹ ਜਨੇਊ ਪੁਰਾਣਾ ਹੋ ਗਿਆ, ਮੈਲਾ ਹੋ ਗਿਆ, ਟੁੱਟ ਗਿਆ, ਗਲੋਂ ਲੈ ਗਿਆ, ਫਿਰ ਹੋਰ ਪਾ ਲਿਆ। ਮਹਾਰਾਜ ਕਹਿੰਦੇ ਧਾ ਨਾਨਕ ਧਾਗ ਨਾ ਟੁੱਟਈ ਜੇ ਧਾਗ ਹੋਵੇ ਜੋਰ। ਐਸਾ ਧਾਗਾ ਐਸਾ ਜਨੇਊ ਪਾਵੋ ਜਿਹਦੇ ਵਿੱਚ ਜ਼ੋਰ ਇੰਨਾ ਬਲ ਹੋਵੇ ਉਹ ਕਦੇ ਟੁੱਟੇ ਨਾ। ਇਹ ਤਾਂ ਕੱਚਾ ਧਾਗਾ ਜਿਹਨੂੰ ਤੁਸੀਂ ਜਨੇਊ ਬਣਾ ਕੇ ਗਲ ਵਿੱਚ ਪਾ ਲਿਆ, ਇਹ ਤਾਂ ਮੈਲਾ ਵੀ ਹੁੰਦਾ ਹੈ, ਇਹ ਗਲ ਵੀ ਜਾਂਦਾ ਹੈ, ਇਹ ਸੜ ਵੀ ਜਾਂਦਾ ਹੈ, ਇਹ ਟੁੱਟ ਵੀ ਜਾਂਦਾ ਹੈ। ਮਹਾਰਾਜ ਕਹਿੰਦੇ ਐਸੇ ਜਨੇਊ ਪਾਉਣ ਦਾ ਕੀ ਲਾਭ ਹੋਇਆ। ਭਾਵ ਅੰਤਰੀ ਵਿਭਾਵ ਦੇ ਦੈਵੀ ਗੁਣ ਧਾਰਨ ਕਰਨ ਵਾਸਤੇ ਮਹਾਰਾਜ ਆਖਦੇ ਨੇ ਕੋਈ ਵੀ ਮਨੁੱਖ ਹੈ, ਕਿਸੇ ਵੀ ਧਰਮ ਦਾ ਹੈ, ਉਹ ਦੈਵੀ ਗੁਣਾਂ ਵਾਸਤੇ ਹੈ। ਫਿਰ ਕੱਲ੍ਹ ਵੀ ਬੇਨਤੀ ਕੀਤੀ ਸੀ, ਜਿਹੜੀ ਆਪਾਂ ਨੂੰ ਇਹ ਕਿਰਪਾਨ ਦਿੱਤੀ ਮਹਾਰਾਜ ਨੇ, ਇਹ ਕੋਈ ਵਿਖਾਵੇ ਵਾਸਤੇ ਨਹੀਂ ਦਿੱਤੀ, ਇਹ ਧਰਮ ਕੌਮ ਦੀ ਆਪਣੀ ਰਾਖੀ ਵਾਸਤੇ ਦਿੱਤੀ ਹੈ, ਗਰੀਬ ਗਊ ਦੀ ਰੱਖਿਆ ਵਾਸਤੇ ਦਿੱਤੀ ਹੈ। ਕਿਸੇ ਮਜ਼ਲੂਮ 'ਤੇ ਜ਼ੋਰ ਹੋ ਰਿਹਾ ਹੈ, ਜ਼ੁਲਮ ਜਾਂ ਢਾਇਆ ਜਾ ਰਿਹਾ, ਉੱਥੇ ਇਹਨੂੰ ਵਰਤਣਾ ਹੈ, ਨਾ ਕਿ ਵਿਖਾਵੇ ਵਾਸਤੇ ਹੈ। ਇਸ ਕਰਕੇ ਪਾਤਸ਼ਾਹ ਜੀ ਪ੍ਰਮਾਣ ਕਰਦੇ ਨੇ ਕਿ ਮਨੁੱਖ ਦੈਵੀ ਗੁਣ ਧਾਰਨ ਕਰੇ। ਉਹ ਦੈਵੀ ਗੁਣ ਜਿਹੜੇ ਨੇ ਉਹ ਦੈਵੀ ਗੁਣਾਂ ਦਾ ਪਾਇਆ ਹੋਇਆ ਜਨੇਊ ਕਦੇ ਟੁੱਟਦਾ ਨਹੀਂ ਹੈ। ਇਹ ਜਿਹੜਾ ਬਾਹਰਲਾ ਜਨੇਊ ਇਹ ਤਾਂ ਟੁੱਟ ਜਾਂਦਾ ਹੈ, ਗਲ ਜਾਂਦਾ ਹੈ, ਸੜ ਜਾਂਦਾ ਹੈ। ਮਹੱਲਾ ਪਹਿਲਾ। ਹੁਣ ਮਹਾਰਾਜ ਉਸ ਜਨੇਊ ਦਾ ਰੂਪ ਦੱਸਦੇ ਨੇ। ਨਾਏ ਮੰਨਿਐ ਪਤੁ ਉਪਜੈ ਸਾ ਲਾਈ ਸੱਚ ਸੂਤ। ਵਾਹਿਗੁਰੂ ਦੇ ਨਾਮ ਨੂੰ ਮੰਨਣਾ, ਉਹਦੀ ਸੱਤਾ ਨੂੰ ਮੰਨਣਾ, ਹਾਂ ਨਾਮ ਦੀ ਕਲਾ ਹੈ। ਪਾਤਸ਼ਾਹ ਕਹਿੰਦੇ ਜਿਹੜਾ ਨਾਮ ਦੀ ਹਸਤੀ ਨੂੰ ਮੰਨਣਾ ਹੈ, ਇਹ ਜਿਵੇਂ ਕਪਾਹ ਦੇ ਬੂਟੇ ਹੁੰਦੇ ਨੇ, ਉਸੇ ਤਰ੍ਹਾਂ ਜਿਹੜਾ ਨਾਮ ਦੀ ਹਸਤੀ ਨੂੰ ਮੰਨਣਾ ਹੈ, ਭਾਵ ਉਸ ਪਰਮਾਤਮਾ ਦੀ ਰਜ਼ਾ ਵਿੱਚ ਆਉਣਾ, ਉਹਦੀ ਹਸਤੀ ਨੂੰ ਮੰਨ ਲੈਣਾ, ਇਹ ਸਮਝ ਲਓ ਤੁਹਾਡੇ ਅੰਦਰ ਉਹ ਨਾਮ ਦਾ ਬੂਟਾ ਪੈਦਾ ਹੋ ਗਿਆ ਹੈ। ਸਾ ਲਾਈ ਸੱਚ ਸੂਤ। ਅਤੇ ਜਦੋਂ ਉਹਨੂੰ ਹਸਤੀ ਨੂੰ ਮੰਨ ਕੇ ਫਿਰ ਉਹਨੂੰ ਜਪਣਾ ਕੀਤਾ ਹੈ, ਆਪਾਂ ਮੰਨ ਲਿਆ ਕਿ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਭ ਕੁਝ ਕਰਨ ਵਾਲੇ ਨੇ, ਪਰ ਇੱਥੇ ਹੀ ਗੱਲ ਨਹੀਂ ਮੁੱਕ ਜਾਣੀ। ਆਪਾਂ ਗੁਰੂ ਦੇ ਬਚਨਾਂ ਨੂੰ ਕਬਾਣਾ ਹੈ, ਬਾਣੀ ਪੜ੍ਹਨੀ ਹੈ। ਜਿਵੇਂ ਇੱਕ ਬੱਚੇ ਨੂੰ ਪਤਾ ਲੱਗ ਗਿਆ ਇਸ ਸਕੂਲ ਦੇ ਵਿੱਚੋਂ ਵਿੱਦਿਆ ਮਿਲਦੀ ਹੈ, ਉਸ ਵਿੱਦਿਆ ਨਾਲ ਮਨੁੱਖ ਦਾ ਜੀਵਨ ਮਹਾਨ ਹੋ ਜਾਂਦਾ ਹੈ, ਵੱਡਾ ਹੋ ਜਾਂਦਾ ਹੈ, ਪਰ ਇੰਨਾ ਮੰਨਣ ਨਾਲ ਹੀ ਗੱਲ ਨਹੀਂ ਬਣ ਜਾਵੇਗੀ। ਪਤਾ ਲੱਗ ਗਿਆ ਹਾਂ ਇੱਥੋਂ ਇਹ ਕੁਝ ਮਿਲਦਾ ਹੈ, ਪਰ ਉੱਥੋਂ ਉਹਨੂੰ ਪ੍ਰਾਪਤ ਵੀ ਕਰਨਾ ਹੈ, ਪ੍ਰਾਪਤ ਕਰਨ ਦੀ ਵਿਧੀ ਹੈ। ਇਸੇ ਤਰ੍ਹਾਂ ਰੱਬ ਨੂੰ ਮੰਨਿਆ, ਹਾਂ ਸਾਰਾ ਕੁਝ ਕਰਨ ਵਾਲਾ ਪਰਮਾਤਮਾ ਹੈ, ਫਿਰ ਮੰਨਿਆ ਅਤੇ ਉਸ ਦੇ ਨਾਮ ਨੂੰ ਫਿਰ ਜਪਣਾ ਵੀ ਹੈ। ਪਾਤਸ਼ਾਹ ਜੀ ਕਹਿੰਦੇ ਇਹ ਹੈ ਅਸਲ ਵਿੱਚ ਜਨੇਊ, ਇਹ ਹੈ ਅਸਲ ਵਿੱਚ ਉਹ ਸੂਤ, ਉਹ ਧਾਗਾ। ਨਾਏ ਮੰਨਿਐ ਪਤ ਊਪਜੈ ਸਾ ਲਾਈ ਸੱਚ ਸੂਤ। ਦਰਗਹਿ ਅੰਦਰ ਪਾਈਐ ਧਾਗ ਨਾ ਟੂਟ ਸਪੂਤ। ਐਸਾ ਜਿਹੜਾ ਜਨੇਊ ਜਿਹਨੇ ਆਪਣੇ ਗਲ ਵਿੱਚ ਬੰਦਗੀ ਵਾਲਾ ਪਾ ਲਿਆ, ਵਾਹਿਗੁਰੂ ਦੀ ਭਗਤੀ ਦਾ ਪਾ ਲਿਆ, ਸਿਮਰਨ ਦਾ ਪਾ ਲਿਆ, ਇਹ ਬੰਦਗੀ ਵਾਲਾ ਧਾਗਾ ਕਦੇ ਨਹੀਂ ਟੁੱਟਦਾ। ਇਹ ਮਨੁੱਖ ਨੂੰ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖਦਾ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਐਸਾ ਇਹਦਾ ਮਹਾਨ ਜਸ ਹੁੰਦਾ ਹੈ। ਇਹ ਜਸ, ਇਹ ਰਸ ਕਦੇ ਖਤਮ ਨਹੀਂ ਹੁੰਦਾ। ਮਹੱਲਾ ਪਹਿਲਾ। ਧਾਗ ਨਾ ਇੰਦਰੀ ਧਾਗ ਨਾ ਨਾਰੀ ਭਲਕੇ ਥੁੱਕ ਪਵੈ ਨਿਤ ਦਾੜੀ। ਹੁਣ ਮਨੁੱਖ ਨੇ ਬਾਹਰੋਂ ਤਾਂ ਜਨੇਊ ਪਾ ਲਿਆ, ਪਰ ਆਪਣੀਆਂ
ਇੰਦਰੀਆਂ ਨੂੰ ਜਨੇਊ ਨਹੀਂ ਪਾਇਆ। ਜਨੇਊ ਪਾਉਣ ਦਾ ਭਾਵ ਕੀ ਹੈ? ਮਰਿਆਦਾ ਵਿੱਚ ਆ ਜਾਣਾ। ਜਿਵੇਂ ਆਪਾਂ ਅੰਮ੍ਰਿਤ ਛਕ ਲੈਂਦੇ ਹਾਂ, 5 ਕਕਾਰ ਧਾਰ ਕਰ ਲੈਂਦੇ, ਉਹਦਾ ਭਾਵ ਕੀ ਹੈ? ਮਰਿਆਦਾ ਵਿੱਚ ਆ ਜਾਣਾ। ਜਾਂ ਕਿਸੇ ਵੀ ਧਰਮ ਦੇ ਅੰਦਰ ਕੋਈ ਵੀ ਮਨੁੱਖ ਧਰਮ ਨੂੰ ਫੋਲੋ ਕਰਦਾ ਹੈ, ਧਰਮ ਨੂੰ ਧਾਰਨ ਕਰਦਾ ਹੈ, ਤਾਂ ਉਹ ਚਿੰਨ੍ਹ ਧਾਰਨ ਕਰਦਾ ਹੈ, ਨਿਸ਼ਾਨੀਆਂ ਧਰਮ ਦੀਆਂ। ਉਹਦਾ ਭਾਵ ਕੀ ਹੁੰਦਾ? ਮਰਿਆਦਾ ਵਿੱਚ ਆ ਗਿਆ ਹੈ। ਮਹਾਰਾਜ ਕਹਿੰਦੇ ਨਾ ਤਾਂ ਤੇਰੇ ਇੰਦਰੇ ਮਰਿਆਦਾ ਵਿੱਚ ਆਏ ਨੇ, ਨਾ ਤੇ ਤੇਰੇ ਇੰਦਰੀਆਂ ਨੂੰ ਜਨੇਊ ਪਾਇਆ ਹੋਇਆ, ਭਾਵ ਮਰਿਆਦਾ ਵਿੱਚ ਨਹੀਂ ਆਏ। ਧੱਗ ਨਾ ਨਾਰੀ, ਨਾ ਤੇਰੀਆਂ ਜਿਹੜੀਆਂ ਨਾੜੀਆਂ ਨੇ ਉਹ ਵੀ ਮਰਿਆਦਾ ਵਿੱਚ ਨਹੀਂ ਆਈਆਂ। ਉਹਨਾਂ ਦੇ ਵਿੱਚ ਵੀ ਜਿਹੜਾ ਖੂਨ ਗਰਦਿਸ਼ ਕਰ ਰਿਹਾ ਹੈ, ਵਿਕਾਰਾਂ ਨਾਲ ਭਰਿਆ ਹੋਇਆ ਹੈ। ਜਿਵੇਂ ਭਗਤ ਨਾਮਦੇਵ ਜੀ ਬਚਨ ਕਰਦੇ ਨੇ, ਸਾਡੇ ਸਰੀਰ ਦੇ ਅੰਦਰ ਕਹਿੰਦੇ 72 ਵੱਡੀਆਂ ਨਾੜੀਆਂ ਨੇ, ਜਿਨ੍ਹਾਂ ਦੇ ਨਾਲ ਅੱਗੇ ਸਰੀਰ ਦੀਆਂ ਹੋਰ ਪਤਾ ਨਹੀਂ ਕਿੰਨੀਆਂ ਨਾੜੀਆਂ, ਉਹਨਾਂ ਦਾ ਸਾਰੀਆਂ ਦਾ ਕੰਮ ਚੱਲਦਾ ਹੈ। ਕਹਿੰਦੇ ਜਦੋਂ ਨਾਮ ਜਪਣ ਵਿੱਚ ਕੋਈ ਜੁੜ ਗਿਆ, ਕਿਸੇ ਨੂੰ ਨਾਮ ਦਾ ਰਸ ਆਉਣ ਲੱਗ ਪਿਆ, ਤੇ ਉਹ ਸਾਰੀਆਂ ਨਾੜੀਆਂ ਵਿੱਚ ਵੀ ਨਾਮ ਦਾ ਰਸ ਪ੍ਰਵਾਹ ਕਰਨ ਲੱਗ ਜਾਂਦਾ ਹੈ। 70 ਦੋਏ ਭਰੇ ਅੰਮ੍ਰਿਤ ਸਰ, ਬਿਖ ਕੋ ਮਾਰ ਕਢਾਵੋ, ਪਾਛੈ ਬਹੁਰ ਨਾ ਆਵਣ ਪਾਵੋ। 70 ਦੋਏ, 70 ਤੇ 2 72, 70 ਦੋਏ ਭਰੇ ਅੰਮ੍ਰਿਤ ਸਰ। ਕਹਿੰਦੇ ਉਹ ਸਾਰੀਆਂ ਨਾੜੀਆਂ ਅੰਮ੍ਰਿਤ ਨਾਲ ਭਰ ਗਈਆਂ, ਵਾਸ਼ਨਾ ਖਤਮ ਹੋ ਗਈ। ਅੰਮ੍ਰਿਤ ਭਰਨ ਤੋਂ ਭਾਵ ਕੀ ਹੈ? ਵੀ ਰੋਮ ਰੋਮ ਵਿੱਚੋਂ ਵਾਸ਼ਨਾ ਖਤਮ ਹੋ ਗਈ। ਨਹੀਂ ਤੇ ਕਿਤੇ ਮਾੜੀ ਗੱਲ ਸੁਣ ਕੇ ਸਾਡੇ ਰੋਮ ਵੀ ਖੜੇ ਹੋ ਜਾਂਦੇ ਨੇ, ਚਮੜੀ 'ਤੇ ਵੀ ਅਸਰ ਹੁੰਦਾ ਹੈ, ਸਾਰੇ ਸਰੀਰ 'ਤੇ ਅਸਰ ਹੁੰਦਾ ਹੈ। ਪਰ ਜਿਹਦੇ ਅੰਦਰ ਨਾਮ ਦਾ ਪ੍ਰਵਾਹ ਚੱਲ ਗਿਆ, ਬਾਹਰ ਕਿੰਨੀ ਵੀ ਵਾਸ਼ਨਾ ਦਾ ਪ੍ਰਦਰਸ਼ਨ ਹੋਵੇ, ਉਸ ਗੁਰਮੁਖ ਦੀ ਬੌਡੀ 'ਤੇ ਵੀ ਉਸ ਚੀਜ਼ ਦਾ ਅਸਰ ਨਹੀਂ ਹੋਵੇਗਾ। ਸਵਾਮੀ ਵਿਵੇਕਾਨੰਦ ਜੀ ਹੋਏ ਨੇ, ਕਹਿੰਦੇ ਇਹਨਾਂ ਨੂੰ ਇੱਕ ਵਾਰੀ ਰਾਜਸਥਾਨ ਦੇ ਇੱਕ ਰਾਜੇ ਨੇ ਸੱਦਿਆ, ਅਤੇ ਜਿਵੇਂ ਰਾਜਿਆਂ ਦੀ ਬੁੱਧੀ ਹੁੰਦੀ ਹੈ, ਉਹਨਾਂ ਨੇ ਆਖਿਆ ਵੀ ਐਡਾ ਵੱਡਾ ਸਵਾਮੀ ਆ ਰਿਹਾ, ਗਿਆਨਵਾਨ ਬੰਦਾ ਆ ਰਿਹਾ, ਅਤੇ ਉਹਦਾ ਸਤਿਕਾਰ ਕਰੀਏ, ਉਹਨੂੰ ਜੀ ਆਇਆਂ ਕਿਵੇਂ ਆਖੀਏ। ਉਹਦੇ ਰਾਜ ਮਹੱਲਾਂ ਵਿੱਚ ਜਿਹੜੀ ਨਿਰਤਕਾਰੀ ਨਿਰਤ ਕਰਦੀ ਸੀ ਨਾ, ਉਹਨੂੰ ਸੱਦ ਲਿਆ। ਢੰਡੋਰਾ ਫਿਰ ਗਿਆ ਵੀ ਉਹ ਨਿਰਤ ਕਰੇਗੀ, ਉਹ ਸਵਾਮੀ ਵਿਵੇਕਾਨੰਦ ਦੇ ਆਉਣ ਦੀ ਖੁਸ਼ੀ ਵਿੱਚ। ਇਹ ਜਦੋਂ ਜਾ ਕੇ ਉੱਥੇ ਉਤਾਰਾ ਕੀਤਾ, ਇਹਨਾਂ ਨੂੰ ਪਤਾ ਲੱਗ ਗਿਆ ਵੀ ਮਹੱਲਾਂ ਵਿੱਚ ਤੇ ਉਹ ਨਿਰਤਕਾਰੀ ਮੇਰੇ ਆਉਣ ਦੀ ਖੁਸ਼ੀ ਵਿੱਚ ਨਾਚ ਕਰ ਰਹੀ ਹੈ। ਗਏ ਨਹੀਂ ਇਹ, ਬਈ ਉਸ ਨੂੰ ਵੇਖ ਕਰਕੇ ਕਿਤੇ ਮਨ ਡੋਲ ਨਾ ਜਾਵੇ, ਮਨ ਵਿੱਚ ਕੋਈ ਮਾੜਾ ਫੁਰਨਾ ਨਾ ਆ ਜਾਵੇ। ਉਸ ਨਿਰਤਕਾਰੀ ਨੂੰ ਪਤਾ ਕਰਨ ਲੱਗ ਗਿਆ, ਨਿਰਤ ਕਰਨ ਵਾਲੀ ਨੂੰ, ਇਸਤਰੀ ਨੂੰ ਪਤਾ ਲੱਗ ਗਿਆ ਉਹਨੂੰ। ਉਹਨੇ ਫਿਰ ਸੁਨੇਹਾ ਭੇਜਿਆ, ਕਹਿਣ ਲੱਗੇ ਸਵਾਮੀ ਵਿਵੇਕਾਨੰਦ ਜੀ, ਕੀ ਤੁਹਾਡਾ ਗਿਆਨ, ਤੁਹਾਡੀ ਸਾਧਨਾ ਇੰਨੀ ਕਮਜ਼ੋਰ ਹੈ ਕਿ ਮੇਰੇ ਤੋਂ ਡਰ ਗਏ ਹੋ? ਇੱਥੇ ਮਹੱਲਾਂ ਵਿੱਚ ਨਹੀਂ ਤੁਸੀਂ ਆਏ। ਫਿਰ ਇਹਨਾਂ ਨੂੰ ਸਮਝ ਆਈ, ਫਿਰ ਇਹ ਗਏ, ਅੰਦਰ ਦ੍ਰਿੜਤਾ ਆ ਗਈ, ਹਾਂ ਮੈਂ ਕਿਸੇ ਗੱਲ ਤੋਂ ਕਮਜ਼ੋਰ ਨਹੀਂ ਹਾਂ, ਮੈਨੂੰ ਡਰਨ ਦੀ ਕੀ ਲੋੜ ਹੈ। ਜਦੋਂ ਨਾਮ ਜਪਿਆ, ਸਿਮਰਨ ਕੀਤਾ, ਅੰਦਰ ਇੱਕ ਰਸ ਪੈਦਾ ਹੋ ਗਿਆ। ਫਿਰ ਬਾਹਰਲੀ ਵਾਸ਼ਨਾ ਕਦੇ ਵੀ ਉਸ ਨੂੰ ਡੁਲਾ ਨਹੀਂ ਸਕਦੀ, ਪਰ ਜਿਹਦੇ ਅੰਦਰ ਨਾਮ ਨਹੀਂ ਚੱਲਿਆ, ਉਹਨੂੰ ਕੋਈ ਵੀ ਚੀਜ਼ ਗਰਾਏਮਾਨ ਕਰ ਦਿੰਦੀ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਬਾਹਰੋਂ ਮਨੁੱਖ ਨੇ ਧਰਮ ਦੇ ਚਿੰਨ੍ਹ ਧਾਰਨ ਕਰ ਲਏ, ਜਨੇਊ ਆਦਿਕ ਪਾ ਲਿਆ, ਪਰ ਇਹਦੇ ਇੰਦਰੀਆਂ ਨੂੰ, ਇਹਦੀਆਂ ਨਾੜੀਆਂ ਨੂੰ ਉਹ ਜਨੇਊ ਨਹੀਂ ਪਾਇਆ ਗਿਆ। ਭਲਕੇ ਥੁੱਕ ਪਵੈ ਨਿਤ ਦਾੜੀ, ਜਿਸ ਕਰਕੇ ਰੋਜ਼ ਇਹਦੀ ਬੇਇੱਜ਼ਤੀ ਹੁੰਦੀ। ਦਾੜੀ ਦੇ ਥੁੱਕ ਪੈਣ ਤੋਂ ਭਾਵ ਕੀ? ਬੇਇੱਜ਼ਤੀ ਹੋਣੀ, ਕਿ ਰੋਜ਼ ਇਹ ਮਨੁੱਖ ਵਿਕਾਰਾਂ ਦੇ ਹੱਥੋਂ ਬੇਇੱਜ਼ਤ ਹੁੰਦਾ ਹੈ, ਕਿਸੇ ਨਾ ਕਿਸੇ ਵਿਕਾਰ ਤੋਂ ਲੱਜਤ ਹੁੰਦਾ ਹੈ। ਧੱਗ ਨਾ ਪੈਰੀ, ਧੱਗ ਨਾ ਹੱਥੀ, ਧੱਗ ਨਾ ਜੇਵਾ, ਧੱਗ ਨਾ ਅੱਖੀ। ਨਾ ਇਹਦੇ ਪੈਰਾਂ ਨੂੰ ਜਨੇਊ ਪਾਇਆ ਹੈ, ਨਾ ਇਹਨੇ ਆਪਣੇ ਹੱਥਾਂ ਨੂੰ ਜਨੇਊ ਪਾਇਆ। ਪੈਰ ਵੀ ਮਾੜੇ ਪਾਸੇ ਜਾਂਦੇ ਨੇ, ਹੱਥ ਵੀ ਮਾੜਾ ਕਰਦੇ ਨੇ। ਧੱਗ ਨਾ ਜੇਵਾ, ਧੱਗ ਨਾ ਅੱਖੀ,
ਨਾ ਇਹਦੀ ਜੀਵਾ ਨੇ ਜਨੇਊ ਪਾਇਆ, ਭਾਵ ਜੀਵਾ ਵੀ ਮਰਿਆਦਾ ਵਿੱਚ ਨਹੀਂ। ਮਨੁੱਖ ਦੀ ਜੀਵਾ ਪਤਾ ਨਹੀਂ ਕੀ ਕੁਝ ਬੋਲਣ ਲੱਗ ਜਾਂਦੀ ਹੈ, ਅੱਖਾਂ ਵੀ ਪਤਾ ਨਹੀਂ ਕੀ ਕੁਝ ਵੇਖਣ ਲੱਗ ਜਾਂਦੀਆਂ ਹਨ। ਵੇ ਤੱਗਾ ਆਪੇ ਵਤੈ, ਇਸ ਤਰ੍ਹਾਂ ਇਹ ਵੇ ਤੱਗਾ ਜੀਵ ਭਾਵ ਬੇਮਰਿਆਦਾ ਜੀਵ ਜਿਹੜਾ ਐਸੇ ਜਨੇਊ ਤੋਂ ਬਿਨਾਂ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਪੇ ਵਤੈ, ਆਪ ਹੀ ਜਿਹੜਾ ਹੈ ਜਨੇਊ ਵਟਦਾ ਹੈ। ਵਟ ਧਾਗੇ ਅਵਰਾ ਘਤੈ, ਆਪ ਤੇ ਪਾਇਆ ਨਹੀਂ, ਹੋਰਾਂ ਨੂੰ ਧਾਗੇ ਬਣਾ ਬਣਾ ਕੇ ਜਨੇਊ ਪਾਈ ਜਾਂਦਾ, ਆਪ ਅੰਤਰੀਵ ਭਾਵ ਦਾ ਜਨੇਊ ਪਾਇਆ ਨਹੀਂ ਹੈ। ਜਿਵੇਂ ਜੇ ਆਪ ਪਾਇਆ ਹੈ ਉਸੇ ਤਰ੍ਹਾਂ ਦਾ ਦੂਜਿਆਂ ਨੂੰ ਦੇਈ ਜਾਂਦਾ ਹੈ। ਇਹ ਮਨੁੱਖ ਦੇ ਵਿੱਚ ਕੁਦਰਤੀ ਸੁਭਾਅ ਹੈ। ਜਿਸ ਤਰ੍ਹਾਂ ਦਾ ਮਨੁੱਖ ਆਪ ਹੈ ਉਹ ਬਾਹਰ ਉਸੇ ਤਰ੍ਹਾਂ ਦਾ ਵੰਡੇਗਾ। ਸੱਪ ਦੇ ਕੋਲ ਜ਼ਹਿਰ ਹੈ, ਉਹਦੇ ਕੋਲੋਂ ਅੰਮ੍ਰਿਤ ਦੀ ਆਸ ਨਾ ਰੱਖਣੀ ਕਦੇ ਵੀ, ਉਹਨੇ ਜ਼ਹਿਰ ਹੀ ਵੰਡਣੀ, ਕਿਉਂਕਿ ਉਹਦੇ ਕੋਲ ਜ਼ਹਿਰ ਹੈ। ਜਿਸ ਮਨੁੱਖ ਦੇ ਕੋਲ ਜੋ ਕੁਝ ਵੀ ਹੈ ਉਹਨੇ ਉਹੀ ਕੁਝ ਦੇਣਾ ਹੈ। ਜੇ ਆਪ ਅੰਦਰੋਂ ਜਤੀ ਸਤੀ ਨਹੀਂ ਹੈ, ਆਪ ਵੀ ਉਸ ਤਰ੍ਹਾਂ ਦਾ ਜਨੇਊ ਪਾਇਆ, ਦੂਜਿਆਂ ਨੂੰ ਵੀ ਉਸ ਤਰ੍ਹਾਂ ਦਾ ਦੇਈ ਜਾਂਦਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੇ ਜੀਵਨ ਦੇ ਵਿੱਚ ਹੋਰ ਕੀ ਗਿਰਾਵਟ ਹੈ। ਲੈ ਪਹਾੜ ਕਰੇ ਵਿਆਓ, ਆਪਣੇ ਜਜਮਾਨ ਦੀ ਲੜਕੀ ਦਾ ਵਿਆਹ ਕਰਨ ਲੱਗਾ ਵੀ ਪਹਾੜਾ ਲੈਂਦਾ ਹੈ। ਪਹਾੜਾ ਭਾਵ ਪੈਸੇ ਲੈਂਦਾ ਹੈ। ਕਹਿੰਦਾ ਇਸ ਤੋਂ ਬਿਨਾਂ ਇਹ ਕਾਰਜ ਨਹੀਂ ਹੋ ਸਕਦਾ, ਇੰਨਾ ਪੈਸਾ ਚਾਹੀਦਾ ਹੈ। ਤੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੱਢ ਕਾਗਲ ਦੱਸੇ ਰਾਓ। ਫਿਰ ਕਈ ਤਰ੍ਹਾਂ ਦੇ ਕਾਗਜ਼ ਫਰੋਲ ਕੇ ਭਾਵ ਵੇਦਾਂ ਨੂੰ ਪੜ੍ਹ ਕੇ ਦੱਸ ਦਿੰਦਾ ਜੀ ਇਹ ਮਰਿਆਦਾ ਹੈ, ਇਹ ਮਰਿਆਦਾ ਹੈ। ਆਪ ਦੈਵੀ ਗੁਣਾਂ ਨੂੰ ਧਾਰਨ ਨਹੀਂ ਕੀਤਾ, ਹੋਰਾਂ ਨੂੰ ਸਿਖਾਈ ਜਾਵੇਗਾ ਇਸ ਤਰ੍ਹਾਂ ਇਸ ਤਰ੍ਹਾਂ ਇਸ ਤਰ੍ਹਾਂ। ਭਾਵ ਇਹ ਆਪਣੇ 'ਤੇ ਵੀ ਲਾਗੂ ਗੱਲ ਹੈ। ਆਪਾਂ ਦੂਜਿਆਂ ਨੂੰ ਕਹੀ ਜਾਵਾਂਗੇ ਵੀ ਨਾਮ ਜਪਿਆ ਕਰੋ, ਸੇਵਾ ਕਰਿਆ ਕਰੋ, ਦਸਵੰਧ ਕੱਢਿਆ ਕਰੋ, ਅਤੇ ਉਹ ਕੀ ਕਰਿਆ ਕਰੋ, ਸਾਨੂੰ ਦੇ ਜਾਇਆ ਕਰੋ, ਆਪ ਨਹੀਂ ਕਰਦਾ ਹੈ। ਪਾਤਸ਼ਾਹ ਜੀ ਕਹਿੰਦੇ ਐਸਾ ਇਹ ਧਾਰਮਿਕ ਬੰਦੇ ਦਾ ਜੀਵਨ ਐਸਾ ਹੋ ਗਿਆ, ਧਾਰਮਿਕ ਆਗੂ ਦਾ। ਕੱਢ ਕਾਗਲ ਦੱਸੇ ਰਾਹੋ, ਫਿਰ ਕਾਗਜ਼ ਫਰੋਲ ਕੇ ਮਰਿਆਦਾ ਦੇ ਦੱਸਣ ਲੱਗ ਜਾਂਦਾ ਜੀ ਇੱਦਾਂ ਇੱਦਾਂ, ਕਿਸੇ ਨਾ ਕਿਸੇ ਤਰ੍ਹਾਂ ਕਰਕੇ ਉਹਨੂੰ ਸੱਚ ਕਰਕੇ ਵਿਖਾ ਦਿੰਦਾ ਹੈ। ਜਿਵੇਂ ਜਿਹੜੇ ਅਖੌਤੀ ਸੰਤ ਨੇ, ਸੱਚੇ ਸੰਤ ਦੀ ਗੱਲ ਨਹੀਂ, ਅਖੌਤੀ ਸੰਤ ਜਿਹੜੇ ਨੇ ਆਪਣੇ ਆਪ ਬਣੇ, ਉਹਨਾਂ ਕੋਲ ਜਾਓ, ਉਹਨਾਂ ਨੇ ਉਹੀ ਤੁਕਾਂ ਪੜ੍ਹਨੀਆਂ ਨੇ ਜਿਹੜੀਆਂ ਉਹਨਾਂ ਨੂੰ ਚੰਗੀਆਂ ਲੱਗਦੀਆਂ ਨੇ। ਇਸੇ ਤਰ੍ਹਾਂ ਹੋਰ ਸਾਰੇ ਗੁਰਬਾਣੀ ਸਾਰੀ ਦੀ ਗੱਲ ਨਹੀਂ ਕਰਨਗੇ, ਬਸ ਜਿੰਨੀ ਕੁ ਆਪਾਂ ਨੂੰ ਫਿੱਟ ਬੈਠਦੀ ਆਪਾਂ ਓਨੀ ਕੁ ਗੱਲ ਕਰਨੀ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੁਣ ਵੇਖੋ ਲੋਕਾ ਇਹੋ ਵਿਡਾਣ, ਇਹ ਦੁਨੀਆ ਦੇ ਲੋਕੋ ਸੁਣੋ ਔਰ ਵੇਖਣਾ ਕਰੋ। ਇਹ ਅਸੁਰਜ ਕੋਤਕ ਹੋ ਰਿਹਾ ਦੁਨੀਆ ਵਿੱਚ, ਧਰਮ ਦੀ ਦੁਨੀਆ ਵਿੱਚ ਖਾਸ ਕਰਕੇ। ਮਨ ਅੰਧਾ ਨਾਉ ਸੁਜਾਨ, ਮਨ ਕਰਕੇ ਤਾਂ ਅੰਨਾ ਹੈ ਪਰ ਨਾਮ ਰੱਖਿਆ ਸੁਜਾਨ, ਬੜਾ ਵਿਦਵਾਨ ਹੈ। ਆਪਾਂ ਵੇਖਦੇ ਹਾਂ ਨਾ ਕਈ ਆਪਣੇ ਨਾਂ ਦੇ ਅੱਗੇ ਬਰੀਆਂ ਡਿਗਰੀਆਂ ਲਾ, ਨਾਂ ਦੇ ਅੱਗੇ ਵੀ ਪਿੱਛੇ ਵੀ, ਕਿ ਇਹ ਜਿਹੜਾ ਫਲਾਣਾ ਗਿਆਨੀ ਹੈ, ਇਹ ਖਾਲਸਾ ਹੈ, ਫਲਾਣਾ ਇੰਨਾ ਕੁਝ ਲਿਖਿਆ ਹੁੰਦਾ ਹੈ, ਇਹ ਵਿਦਿਆ ਦਾ ਮਾਰਤੰਡ ਹੈ। ਮਹਾਰਾਜ ਕਹਿੰਦੇ ਮਨ ਅੰਧਾ ਨਾਉ ਸੁਜਾਨ, ਮਨ ਕਰਕੇ ਤਾਂ ਅੰਨਾ ਹੈ ਪਰ ਨਾਮ ਸੁਜਾਨ ਰੱਖਿਆ ਵੀ ਬੜਾ ਸੁਜਾਖਾ ਹੈ। ਨਾਮ ਗੁਰਮੁਖ ਹੈ, ਕੰਮ ਸਾਰੇ ਹੀ ਮਨਮੁਖਾਂ ਵਾਲੇ ਨੇ। ਨਾਮ ਸਤਿਨਾਮ ਹੈ, ਕੰਮ ਸਾਰੇ ਝੂਠਿਆਂ ਵਾਲੇ ਨੇ। ਨਾਮ ਗੁਰੂ ਦੀ ਪ੍ਰੀਤ ਵਾਲਾ ਹੈ ਪਰ ਪ੍ਰੀਤ ਹੋਰ ਕਿਸੇ ਨਾਲ ਹੀ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਮਨ ਨਾ ਅੰਧਾ ਨਾਉ ਸੁਜਾਨ, ਸਤਿਗੁਰੂ ਮੈਂ ਰਾਮਤ ਕਰਨ, ਸਤਿਗੁਰੂ ਦੇ ਬਚਨਾਂ ਨੂੰ ਕਮਾ ਸਕੀਏ, ਗੁਰਬਾਣੀ ਦੇ ਅਨੁਸਾਰ ਸਾਡਾ ਜੀਵਨ ਬਣ ਜਾਵੇ। ਸਾਡੇ ਜੀਵਨ ਦੇ ਵਿੱਚ ਜੋ ਬੁਰਾਈਆਂ ਨੇ, ਜੋ ਔਗਣ ਹਨ, ਜੋ ਕਮੀਆਂ ਨੇ, ਸਤਿਗੁਰੂ ਕਿਰਪਾ ਕਰੇ ਸਤਿਗੁਰੂ ਦੀ ਬਾਣੀ ਦੇ ਉਪਦੇਸ਼ ਨੂੰ ਧਾਰਨ ਕਰੀਏ ਤਾਂ ਜੋ ਉਹਨਾਂ ਬੁਰਾਈਆਂ ਤੋਂ ਔਗਣਾਂ ਤੋਂ ਬਚ ਕੇ
ਲਾਹਾ ਲੈ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।